पंजाबी खबरनामा देख रहे सारे दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਪੰਜਾਬ ਵਿੱਚ ਸਰਕਾਰ ਖੋਲੇਗੀ ਨਵੇਂ 75 ਮੁਹੱਲਾ ਕਲੀਨਿਕ। 14 ਅਗਸਤ ਨੂੰ ਸੀਐਮ ਭਗਵੰਤ ਮਾਨ ਕਰਨਗੇ ਉਦਘਾਟਨ। ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਮੁੜ ਉਠਾਇਆ ਬੰਦੀ ਸਿੰਘਾਂ ਦਾ ਮਸਲਾ। ਅਮਿਤ ਸ਼ਾਹ ਨੂੰ ਕੀਤੇ ਤਿੱਖੇ ਸਵਾਲ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਤੇ ਪੰਚਾਇਤਾਂ ਭੰਗ। ਮੁੱਖ ਮੰਤਰੀ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਸੂਬੇ ਵਿੱਚ ਸੜਕ ਸੁਰੱਖਿਆ ਫੋਰਸ ਦੇ ਗਠਨ ਨੂੰ ਹਰੀ ਝੰਡੀ। ਹੁਣ ਖਬਰਾਂ ਵਿਸਤਾਰ ਦੇ ਨਾਲ। ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਮ ਜਨਤਾ ਨੂੰ ਵੱਡਾ ਤੋਹਫਾ ਦੇਵੇਗੀ। 14 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ 75 ਹੋਰ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ। ਇਸ ਸਮੇਂ ਸੂਬੇ ਵਿੱਚ 583 ਮੁਹੱਲਾ ਕਲੀਨਿਕ ਚੱਲ ਰਹੇ ਹਨ। ਅਜਿਹੇ ਵਿੱਚ 75 ਨਵੇਂ ਮੁਹੱਲਾ ਕਲੀਨਿਕ ਖੋਲ੍ਹਣਾ ਪੰਜਾਬ ਵਿੱਚ ਕੁੱਲ 659 ਮੁਹੱਲਾ ਕਲੀਨਿਕ ਹੋ ਜਾਣਗੇ। ਇਸ ਦੇ ਨਾਲ ਹੀ 40 ਸਰਕਾਰੀ ਹਸਪਤਾਲਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਪੰਜਾਬ ਦੇ ਸਿਹਤ ਮੰਤਰੀ ਨੇ ਦੱਸਿਆ ਕਿ 40 ਸਰਕਾਰੀ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਹਨਾਂ ਦਾਅਵਾ ਕੀਤਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਕੁੱਲ 35 ਲੱਖ ਤੋਂ ਵੱਧ ਲੋਕ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ। ਅਤੇ ਹੁਣ ਪੰਜਾਬ ਵਾਸੀਆਂ ਲਈ ਵੱਡੀ ਖੁਸ਼ਖਬਰੀ ਹੈ। 14 ਅਗਸਤ ਨੂੰ ਸੀਐਮ ਭਗਵੰਤ ਮਾਨ ਪੰਜਾਬ ਵਿੱਚ 75 ਨਵੇਂ ਮੁਹੱਲਾ ਕਲੀਨਿਕ ਖੋਲਣਗੇ। 15 ਅਗਸਤ ਤੋਂ ਮਾਨ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਜੀ ਕੰਪੇਨ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ। ਔਰ ਪਿਛਲੀ ਵਾਰੀ 75 ਔਰ ਇਸ ਵਾਰੀ 76 ਜਿਹੜੇ ਆਮ ਆਦਮੀ ਕਲੀਨਿਕ ਆ ਉਹ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਡੈਡੀਕੇਟ ਕਰਨਗੇ ਧੂਰੀ ਦੇ ਵਿੱਚ ਪਿੰਡ ਰਾਜੋ ਮਾਜਰਾ ਤੋਂ। ਤੇ ਹੁਣ ਤੱਕ ਜਿਹੜੇ ਸਾਡੇ ਹੈਗੇ ਆ ਉਹ 583 ਜਿਹਦੇ ਵਿੱਚੋਂ 403 ਪਿੰਡਾਂ ਦੇ ਵਿੱਚ ਔਰ ਜਿਹੜੇ 180 ਹੈਗੇ ਆ ਉਹ ਸ਼ਹਿਰਾਂ ਦੇ ਵਿੱਚ। ਔਰ ਉਹਦੀ ਬਹੁਤ ਅੱਛੀ ਇੱਕ ਪੋਜ਼ਿਟਿਵ ਫੀਡਬੈਕ ਲੋਕਾਂ ਵੱਲੋਂ ਵੀ ਔਰ ਉਹਦੀ ਜਿਹੜੀ ਕਾਰਗੁਜ਼ਾਰੀ ਬਹੁਤ ਅੱਛੀ ਰਹੀ ਆ। ਜਿਹਦੇ ਵਿੱਚ ਤਕਰੀਬਨ 44 ਲੱਖ ਤੋਂ ਵੱਧ ਲੋਕਾਂ ਨੇ ਇਲਾਜ ਕਰਾਇਆ, 20 ਲੱਖ ਤੋਂ ਵੱਧ ਟੈਸਟ ਹੋਏ ਆ, 80 ਦਵਾਈਆਂ ਔਰ 38 ਜਿਹੜੇ ਟੈਸਟ ਹੈ ਡਿਫਰੈਂਟ ਕਿਸਮ ਦੇ ਟੈਸਟ ਹੈ ਲੋਕਾਂ ਨੂੰ ਸੁਵਿਧਾ ਮਿਲ ਰਹੀ ਹੈ। ਔਰ 30 ਕਰੋੜ ਤੋਂ ਵੱਧ ਜਿਹੜੀਆਂ ਹੈਗੀਆਂ ਉਹ ਦਵਾਈਆਂ ਅਸੀਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਹੈਗੀਆਂ ਵੈਲਿਊ ਦੀਆਂ। ਲੇਕਿਨ ਇਹਦੇ ਨਾਲ ਲੋਕਾਂ ਦੇ ਜਿਹੜੇ ਆਊਟ ਆਫ ਪਾਕਟ ਐਕਸਪੈਂਸਿਸ ਹੈ ਉਹ ਘੱਟੋ ਘੱਟ ਵੀ 100 ਕਰੋੜ ਤੋਂ ਜ਼ਿਆਦਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਉਹ ਫਾਈਨੈਂਸ਼ੀਅਲੀ ਜਿਹੜਾ ਉਹਨਾਂ ਨੂੰ ਆਪਣੇ ਕੋਲੋਂ ਪੈਸੇ ਨਹੀਂ ਖਰਚਣੇ ਪਏ ਔਰ ਉਹਨਾਂ ਦੇ ਘਰ ਦੇ ਨੇੜੇ ਉਹਨਾਂ ਨੂੰ ਸਾਰੀ ਸੁਵਿਧਾ ਮਿਲ ਰਹੀ ਹੈ। ਔਰ ਇਹ ਜਿਹੜਾ ਆਜ਼ਾਦੀ ਦਿਹਾੜਾ ਹੈਗਾ ਇਹ 14 ਤਰੀਕ ਨੂੰ ਮਾਨ ਸਾਹਿਬ ਜਿਹੜੇ ਹੈਗੇ ਆ 76 ਹੋਰ ਜਿਹੜੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਡੈਡੀਕੇਟ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਰੜੇ ਹੱਥੀਂ ਲੈਂਦਿਆਂ ਉਹਨਾਂ ਤੋਂ ਭਰੋਸਾ ਮੰਗਿਆ ਕਿ ਸਰਕਾਰ ਦੇ ਤਜਵੀਜ਼ਸ਼ੁਦਾ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਰਮੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਖਾਲਸਾ ਪੰਥ ਨੂੰ ਕੀਤੇ ਗਏ ਵਾਅਦੇ ਦੀ ਪੂਰਤੀ ਵਾਸਤੇ ਨਾਗਰਿਕਾਂ ਦੇ ਅਧਿਕਾਰ ਦੇ ਰਾਹ ਵਿੱਚ ਅੜਿੱਕਾ ਨਹੀਂ ਬਣਨਗੇ। ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਬੰਦੀ ਸਿੰਘਾਂ ਦਾ ਮਸਲਾ ਉਠਾਇਆ ਤੇ ਇਸ ਦੇ ਨਾਲ ਹੀ ਅਮਿਤ ਸ਼ਾਹ ਨੂੰ ਵੀ ਤਿੱਖੇ ਸਵਾਲ ਕੀਤੇ। हमारे पंजाब के टुकड़े टुकड़े करके पंजाबी स्पीकिंग एरिया निकाल के दूसरी स्टेट बना दी, हमारी राजधानी हमसे खोली, हमारा पानी हमसे खो लिया। कौन सा अत्याचार इन्होंने नहीं किया है, लेकिन इन्होंने क्या किया है? ये कौन से कोई कम है? मैं यहाँ पे ये पूछना चाहती हूँ कि जो सिखों ने 1947 में देश का साथ दिया, देश की आज़ादी के लिए सबसे बड़ी कुर्बानियाँ हमने दी, हर एक अल्पसंख्यक ने दी, क्योंकि सब माइनॉरिटीज़ ने देश की आज़ादी में योगदान दिया। लेकिन मुझे मान है हमारे सिखों ने सबसे बड़ी, जो फांसी की आप लिस्ट में गिन लीजिए, काला पानी में देख लिए, सबसे ज़्यादा हमारे पंजाब के जिन्होंने इस देश को आज़ाद किया। और आज़ादी के बाद ये देश 1966 में जब खाने को अन्न पूरा नहीं होता था, द कंट्री वॉज लुकिंग एट स्टार्वेशन, हमारे किसान हैं जो ग्रीन रेवोल्यूशन लाके उन्होंने इस देश का पेट भरने का काम किया। लेकिन सर जब हमारे सिखों के कत्लेआम में उस टाइम तो कोई जुडिशरी नहीं बोली, कोई पार्टी नहीं बोली, कोई पेपर नहीं पढ़ा। आप निकालिए नवंबर 84 के बाद जब बजट सेशन हुआ 85 का, तो उसमें एक भी मेंशन नहीं जो इस दिल्ली में हजारों सिख के कत्लेआम हुए, सब चुप्पी के बैठे हुए थे, मुंह पे टेप लगी हुई थी, किसी ने सिखों की बात तक नहीं करी। और यही कारण है कि आज तक सिखों को इंसाफ नहीं मिला। और कभी मणिपुर होता है, कभी नूह होता है, कभी राजस्थान होता है, जो उस टाइम एक्शन ले लिया होता, जम्मू कश्मीर गुजरात सब कुछ होता है। तो सर जो सिखों के गुरु ने, 9वें गुरु ने, हमारे 9th गुरु ने अपनी कुर्बानी दी, कश्मीर के पंडितों की बात हुई। अफसोस कि उस टाइम की माइनॉरिटी, हिंदू माइनॉरिटी को बचाने के लिए, उस टाइम की मुस्लिम मेजॉरिटी से बचाने के लिए हमारे सिख गुरु ने अपनी कुर्बानी दी और हिंद की चादर का खिताब उनको मिला, लेकिन उसकी तो बात तक नहीं करी। जब उनके लोगों को मारा जा रहा था तब भी बात नहीं करी।
तो सब मैं पूछना चाहती हूँ, उस टाइम हमारे लोग जो भावुक होके उन्होंने कुछ अपने हाथों में इसके खिलाफ आवाज उठाई, उनको जेलों में फेंक दिया। हमारे बंदी सिख 30-30 साल से जेल में सड़ रहे हैं। गुरु साहब के 550 साल गुरु नानक देव जी के इन्होंने रिटर्न, इस सरकार ने कहा था कि उनको छोड़ा जाएगा, तो क्यों आज तक नहीं छोड़ा है? मैं इनसे जवाब मांगना चाहती हूँ। तो सिखों के खिलाफ हमेशा ये बेइंसाफी रही है सर। जिन्होंने अपने देश के लिए जान दी उनके साथ ये होता है। सब पंजाब में इन्होंने जो किया बताया, ये क्या कर रहे हैं पिछले 3 सालों से, जब से अकाली दल से गठबंधन टूटा है। हमारी राजधानी, आप सोचिए, राजधानी हमारी पंजाब रीऑर्गेनाइजेशन एक्ट पास हुआ, उठा के आप विधानसभा उधर हरियाणा को बना के चंडीगढ़ एडमिनिस्ट्रेशन ने जमीन दे दी। हमारा पानी, हमारा मेंबर जो बीबीएमजी से होता उसको निकाल के बाहर निकाले, हमारा पानी चुरा के दूसरे राज्यों में। जो हिमाचल पानी दिल्ली को देता है वो सेस लेता है, हमारा पानी जो राजस्थान रहता है तो पंजाब को कोई सेस नहीं। एक ही चीज तो हमारी है, चंडीगढ़ के ऊपर हमारा हक सेंट्रल सर्विस रूल्स डाले जा रहे हैं। और सर, हमारी पंजाब यूनिवर्सिटी को भी आरएसएस का कब्जा करने की कोशिश की जा रही है। और पानियों का तो यो मामला है, पानी हमारा चुरा के ले गए, लेकिन आज जब सारा पंजाब पानी में डूबा हुआ है तो उस पंजाब के हाथ पकड़ने के लिए कोई नहीं है। आपको हैरानी होगी सर कि जब हिंदुस्तान में कोई आपदा होती है, जब कोविड हुआ तो यहाँ लंगर सिखों ने लगाया, जब यहाँ पे लॉकडाउन हुआ लंगर सिखों ने लगाया, जब कोविड हुआ आप दोनों से किसी से ऑक्सीजन पूरा नहीं होता, लंगर हमने लगाए। और आज जब पंजाब को जरूरत है, कहीं आपदा हो जाए, उत्तराखंड में हो, हम लोग जाते हैं, लेकिन आपने क्या किया हमारे किसानों के साथ? सर पहले सर 2 मिनट, सर हमारे किसानों के साथ क्या किया सर? जो किसानों ने सबसे पहले इस देश पे ग्रीन रेवोल्यूशन लाके इस देश का पेट भरने का, अब तो कह रहे हैं इन्होंने, लेकिन 70 साल से तो हम पेट भर रहे हैं। उनके ऊपर आप काले कानून लेके आए, अपने मंत्री की, अपनी एलआई की बात नहीं पूछी, सुना नहीं। और जब बोलते थे मत लाओ, किसानों ने नहीं सुना और आखिर में मानना पड़ा। किसानों ने मजबूर किया कि गलत बिल थे, आपको वापस लेना पड़ा। और फिर ये डबल इनकम को क्या करना, डबल डिस्ट्रेस। आज बता दीजिए कौन से राज्य में डबल हो गया इनकम? पेट्रोल, डीजल, फर्टिलाइजर, हर चीज में महंगाई की मार सब झेल रहे हैं। कभी हमारे बच्चों पे, नौजवानों पे ऐसे लगा के उनको असम की जेलों में फेंक देते हैं। कभी हमारा कोई भी चीज हो, वहां पे हमारे किसान जो आंदोलन में थे एनआईए लगा देते हैं। कभी खालसा एक जो मदद करता है जहां उनके ऊपर बहुत बहुत धन्यवाद मैडम, बहुत बहुत धन्यवाद सर। लास्ट 2 सेकंड सर, आखिर में मैं सिर्फ यही कहना चाहूंगी सर, मानस की जात सब एक को पहचानबो। मानस की एक ही जात होती है, एक पिता एकस के हम बारे की हमारे गुरबानी में सिखाया है। ये सरदार प्रकाश सिंह बादल 5 बारी मुख्यमंत्री रहे, एक दिन फिरकू हिंसा नहीं हुई। चाहे पंजाब का हिंदू, मुसलमान, सिख, ईसाई सब उनको अपना समझता था, क्योंकि मुख्यमंत्री होके वो हर एक का स्पेशल दिन खुद बनाते थे। हर एक के धार्मिक स्थान पर, भगवान वाल्मीकि, गुरु रविदास होए, दुर्गाना मंदिर होए, हर एक का उन्होंने सत्कार और आदर किया। और यही कारण है सर कि उस समय 1990 में जब वाजपेयी जी की भाजपा की सरकार को ये हाथ नहीं लगाता था, क्योंकि इनको फैनेटिक्स समझते थे, सबसे पहले सरदार बादल थे जिन्होंने इनका हाथ थामा। बहुत बहुत धन्यवाद, एनडीए बनी। बहुत बहुत धन्यवाद डॉक्टर हिना गावित जी। सर लास्ट पॉइंट 2 सेकंड, आज मैं उनको यही बेनती करूंगी सर कि ये नफरत की राजनीति ये छोड़ दें, ये मलहम लगाने का काम करें, चाहे सिख हो चाहे दूसरे धर्म के लोग हों, क्योंकि हर एक का अपना हिस्सा है इसमें। और इस शेर से मैं एंड करूंगी। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਦੀਆਂ ਜ਼ਿਲ੍ਹਾ ਪਰਿਸ਼ਦਾਂ, ਬਲਾਕ ਸੰਮਤੀਆਂ ਤੇ ਪਿੰਡਾਂ ਦੀ ਪੰਚਾਇਤਾਂ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀਆਂ ਦੀਆਂ ਚੋਣਾਂ 25 ਨਵੰਬਰ 2023 ਤੱਕ ਅਤੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ 31 ਦਸੰਬਰ 2023 ਤੱਕ ਕਰਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਾਲ ਹੀ ਪੰਚਾਇਤੀ ਚੋਣਾਂ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਭਾਵੇਂ ਚੋਣਾਂ ਸੰਬੰਧੀ ਹਜੇ ਕੋਈ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ, ਪਰ ਇਹ ਜ਼ਰੂਰ ਆਖਿਆ ਗਿਆ ਹੈ ਕਿ ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀਆਂ ਦੀ ਨਗਰ ਨਿਗਮ ਪੰਚਾਇਤੀ ਚੋਣਾਂ, ਜ਼ਿਲ੍ਹਾ ਪਰਿਸ਼ਦ ਚੋਣਾਂ, ਇਹ ਸਾਰੀਆਂ ਚੋਣਾਂ ਜਿਹੜੀਆਂ ਨੇਗੀਆਂ ਇਸੇ ਸਾਲ ਦੇ ਅੰਦਰ ਅਸੀਂ ਮੁਕੰਮਲ ਕਰਾ ਲਵਾਂਗੇ। ਉਹਦੇ ਲਈ ਅਸੀਂ ਆਪਣੇ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਿਆ, ਸਾਰੀਆਂ ਚੋਣਾਂ ਜਿੰਨੀਆਂ ਵੀ ਪੈਂਡਿੰਗ ਪਈਆਂ ਅਸੀਂ ਪੰਜਾਬ ਦੇ ਅੰਦਰ ਕਰਾਵਾਂਗੇ, ਕਿਉਂਕਿ ਲੋਕਤੰਤਰ ਜਿਹੜੀ ਆ, ਲੋਕਤੰਤਰ ਜਿਹੜਾ ਹੈਗਾ, ਲੋਕਤੰਤਰ ਦੀ ਖੂਬਸੂਰਤੀ, ਮਜ਼ਬੂਤੀ ਇਸੇ ਗੱਲ ਦੀ ਆ ਕਿ ਇੱਕ ਪੰਚ ਤੋਂ ਲੈ ਕੇ ਕੋਈ ਵੀ ਸੀਟ ਜਿਹੜੀ ਆਪਾਂ ਮੈਂਬਰ ਪਾਰਲੀਮੈਂਟ ਤੱਕ ਖਾਲੀ ਨਹੀਂ ਰਹਿਣੀ ਚਾਹੀਦੀ।
ਉਹਦੇ ਲਈ ਬਿਲਕੁਲ ਅਸੀਂ ਤਿਆਰ ਹਾਂ, ਸਰਕਾਰ ਤਿਆਰ ਹੈ। ਸ਼ੁਰੂ ਕੀਤਾ ਸੀਗਾ ਜੀ ਕੰਪੇਨ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ, ਔਰ ਪਿਛਲੀ ਵਾਰੀ 75 ਔਰ ਇਸ ਵਾਰੀ 76 ਜਿਹੜੇ ਆਮ ਆਦਮੀ ਕਲੀਨਿਕ ਆ ਉਹ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਡੈਡੀਕੇਟ ਕਰਨਗੇ ਧੂਰੀ ਦੇ ਵਿੱਚ ਪਿੰਡ ਰਾਜੋ ਮਾਜਰਾ ਤੋਂ। ਤੇ ਹੁਣ ਤੱਕ ਜਿਹੜੇ ਸਾਡੇ ਹੈਗੇ ਆ ਉਹ 583 ਜਿਹਦੇ ਵਿੱਚੋਂ 403 ਪਿੰਡਾਂ ਦੇ ਵਿੱਚ ਔਰ ਜਿਹੜੇ 180 ਹੈਗੇ ਆ ਸ਼ਹਿਰਾਂ ਦੇ ਵਿੱਚ, ਔਰ ਉਹਦੀ ਬਹੁਤ ਅੱਛੀ ਇੱਕ ਪੋਜ਼ਿਟਿਵ ਫੀਡਬੈਕ ਲੋਕਾਂ ਵੱਲੋਂ ਵੀ, ਔਰ ਉਹਦੀ ਜਿਹੜੀ ਕਾਰਗੁਜ਼ਾਰੀ ਬਹੁਤ ਅੱਛੀ ਰਹੀ ਆ, ਜਿਹਦੇ ਵਿੱਚ ਤਕਰੀਬਨ 44 ਲੱਖ ਤੋਂ ਵੱਧ ਲੋਕਾਂ ਨੇ ਇਲਾਜ ਕਰਾਇਆ, 20 ਲੱਖ ਤੋਂ ਵੱਧ ਟੈਸਟ ਹੋਏ ਆ, 80 ਦਵਾਈਆਂ ਔਰ 38 ਜਿਹੜੇ ਟੈਸਟ ਆ ਡਿਫਰੈਂਟ ਕਿਸਮ ਦੇ ਟੈਸਟ ਆ ਲੋਕਾਂ ਨੂੰ ਸੁਵਿਧਾ ਮਿਲ ਰਹੀ ਆ, ਔਰ 30 ਕਰੋੜ ਤੋਂ ਵੱਧ ਜਿਹੜੀਆਂ ਹੈਗੀਆਂ ਉਹ ਦਵਾਈਆਂ ਅਸੀਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਹੈਗੀਆਂ ਵੈਲਿਊ ਦੀਆਂ। ਲੇਕਿਨ ਇਹਦੇ ਨਾਲ ਲੋਕਾਂ ਦੇ ਜਿਹੜੇ ਆਊਟ ਆਫ ਪਾਕਟ ਐਕਸਪੈਂਸਿਸ ਆ ਉਹ ਘੱਟੋ ਘੱਟ ਵੀ 100 ਕਰੋੜ ਤੋਂ ਜ਼ਿਆਦਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਉਹ ਫਾਈਨੈਂਸ਼ੀਅਲੀ ਜਿਹੜਾ ਉਹਨਾਂ ਨੂੰ ਆਪਣੇ ਕੋਲੋਂ ਪੈਸੇ ਨਹੀਂ ਖਰਚਣੇ ਪਏ, ਔਰ ਉਹਨਾਂ ਦੇ ਘਰ ਦੇ ਨੇੜੇ ਉਹਨਾਂ ਨੂੰ ਸਾਰੀ ਸੁਵਿਧਾ ਮਿਲ ਰਹੀ ਆ। ਔਰ ਇਹ ਜਿਹੜਾ ਆਜ਼ਾਦੀ ਦਿਹਾੜਾ ਹੈਗਾ ਇਹ 14 ਤਰੀਕ ਨੂੰ ਮਾਨ ਸਾਹਿਬ ਜਿਹੜੇ ਹੈਗੇ ਆ 76 ਹੋਰ ਜਿਹੜੇ ਆਮ ਆਦਮੀ ਕਲੀਨਿਕ ਆ ਲੋਕਾਂ ਨੂੰ ਡੈਡੀਕੇਟ ਕਰਨਗੇ। ਤੇ ਇਹਦੇ ਵਿੱਚ ਸਾਰਾ ਜਿਹੜਾ ਸਾਡਾ ਆਮ ਆਦਮੀ ਕਲੀਨਿਕ ਹੈ ਇਹ IT ਇਨੇਬਲਡ ਹੈ। ਇਹਦੇ ਵਿੱਚ 3 ਜਿਹੜੀਆਂ ਅਸੀਂ ਟੈਬਲੇਟਸ ਦਿੱਤੀਆਂ ਡਾਕਟਰ ਕੋਲ ਰਜਿਸਟ੍ਰੇਸ਼ਨ ਤੇ, ਔਰ ਜਿਹੜਾ ਫਾਰਮਾਸਿਸਟ ਹੈ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਉਹ ਡਿਜੀਟਾਈਜ਼ਡ ਹੈ। ਬਹੁਤ ਅੱਛੀ ਇਹਦੀ ਸਾਡੀ ਪ੍ਰੋਗਰੈਸ ਹੈ। ਇਸ ਤੋਂ ਸਿਵਾਏ ਹੋਰ ਬਹੁਤ ਸਾਰੇ ਉਪਰਾਲੇ ਜਿਹੜੇ ਹੈਗੇ ਆ ਉਹ ਮਾਨ ਸਰਕਾਰ ਵੱਲੋਂ ਸਿਹਤ ਵਾਸਤੇ ਕੀਤੇ ਜਾ ਰਹੇ ਆ, ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਉਹਦੇ 'ਚ ਇੱਕ ਜਿਹੜਾ ਸਾਡੇ ਐਮਰਜੈਂਸੀ ਸਰਵਿਸਿਜ਼ ਨੂੰ ਲੈ ਕੇ ਬਹੁਤ ਦਿੱਕਤ ਆਉਂਦੀ ਸੀ, ਉਹਦੇ ਵਾਸਤੇ ਅਸੀਂ ਇੱਕ ਨਵੀਂ ਜਿਹੜੀ ਹੈਗੀ ਆ ਸਕੀਮ ਸ਼ੁਰੂ ਕੀਤੀ ਹੈ ਕਿ 550 ਜਿਹੜੇ ਹਾਊਸ ਸਰਜਨ ਹੈ ਉਹ 24/7 ਜਿਹੜੇ ਆ ਉਹਨਾਂ ਦਾ ਸਟਾਈਪੈਂਡ ਅਸੀਂ ਵਧਾ ਕੇ ਮਾਨ ਸਾਹਿਬ ਨੇ 30,000 ਤੋਂ 70,000 ਕੀਤਾ। ਐਜ਼ ਏ ਰਿਜ਼ਲਟ ਜਿਹੜੇ ਹੈਗਾ 300 ਡਾਕਟਰ ਸਾਡੇ ਕੋਲ ਐਮਰਜੈਂਸੀ ਸਰਵਿਸਿਜ਼ ਜਿਨ੍ਹਾਂ ਨੇ ਫਲੱਡਸ ਦੇ ਵਿੱਚ ਵੀ ਬਹੁਤ ਅੱਛਾ ਕੰਮ ਕੀਤਾ। ਇਸ ਤੋਂ ਸਿਵਾਏ ਜਿਹੜੇ ਸਪੈਸ਼ਲਿਸਟ ਸਰਵਿਸਿਜ਼ ਆ ਉਹਦੇ 'ਚ 272 ਸਪੈਸ਼ਲਿਸਟ ਅਸੀਂ ਪਹਿਲਾਂ ਰੱਖੇ ਸੀ। ਇੱਕ ਨਵੀਂ ਨਵੇਕਲੀ ਪਹਿਲ ਜਿਹੜੀ ਇਸ ਵਾਰੀ ਪਹਿਲੀ ਵਾਰੀ ਮਾਨ ਸਰਕਾਰ ਨੇ ਕੀਤੀ ਆ ਉਹ ਇਹ ਹੈ ਕਿ ਜਿਹੜੇ ਸਾਡੇ ਕੋਲੇ ਪੋਸਟ ਗ੍ਰੈਜੂਏਟ ਜਿਹੜੇ ਸਾਡੇ ਕੋਲੋਂ MD MS ਕਰਨ ਬੱਚੇ ਆਉਂਦੇ ਸੀ ਉਹ ਬੌਂਡ ਭਰਦੇ ਸੀ 10 ਲੱਖ ਦਾ। ਪਿਛਲੇ 15 ਸਾਲ ਤੋਂ ਨਾ ਤਾਂ ਉਹਨਾਂ ਤੋਂ ਬੌਂਡ ਦੇ ਪੈਸੇ ਲਏ ਨਾ ਉਹਨਾਂ ਨੂੰ ਜੌਬ ਦਿੱਤੀ। ਇਸ ਵਾਰੀ ਅਸੀਂ ਉਹ ਜਿਹੜੇ ਬੱਚੇ ਆ ਉਹ 100% ਜਿਹੜੇ ਸਾਰੇ ਸਪੈਸ਼ਲਿਸਟ ਆ ਉਹਨਾਂ ਨੂੰ ਐਜ਼ ਪਰ ਬੌਂਡ ਕੰਡੀਸ਼ਨ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਰਿਕਰੂਟ ਕਰ ਰਹੇ ਹਾਂ। ਉਹ ਸਾਰੇ ਦੇ ਵਿਲ ਬੀ ਟੇਕਨ ਐਜ਼ ਸਪੈਸ਼ਲਿਸਟ। ਔਰ ਮੈਂ ਤੁਹਾਨੂੰ ਅਸ਼ੋਰ ਕਰ ਸਕਦਾ ਕਿ ਜਿੰਨੀ ਸਾਡੇ ਕੋਲ ਸਪੈਸ਼ਲਿਸਟ ਦੀ ਕਮੀ ਆ ਸਾਡੇ ਆਉਣ ਵਾਲੇ 1-2 ਸਾਲ ਦੇ ਵਿੱਚ ਉਹ ਸਾਰੀ ਜਿਹੜੀ ਕਮੀ ਆ ਉਹ ਸਾਰੀ ਪੂਰੀ ਹੋ ਜਾਏਗੀ ਸਾਰੇ ਹਸਪਤਾਲਾਂ ਦੇ ਵਿੱਚ ਸਾਰੇ ਸਪੈਸ਼ਲਿਸਟ ਦੀਆਂ ਸਰਵਿਸਿਜ਼। ਇਸ ਤੋਂ ਸਿਵਾਏ ਅਸੀਂ ਜਿਹੜੇ ਹੈਗੇ ਆ 80 ਜਿਹੜੇ ਹੈਗੇ ਆ ਉਹ DNB ਕੋਰਸ ਅਸੀਂ ਡਿਸਟ੍ਰਿਕਟ ਹਸਪੀਟਲਸ ਦੇ ਵਿੱਚ ਜਾਂ ਸਬ ਡਿਵੀਜ਼ਨ ਹਸਪੀਟਲ ਦੇ ਵਿੱਚ ਉਹ ਵੀ ਸ਼ੁਰੂ ਕੀਤੇ ਆ, ਜਿਹਦੇ ਵਿੱਚ 80 ਬੱਚੇ ਜਿਹੜੇ ਹੈਗੇ ਆ ਉਹ ਪੋਸਟ ਗ੍ਰੈਜੂਏਟ ਟ੍ਰੇਨਿੰਗ ਕਰਦੇ ਆ, ਉਹਨਾਂ ਨੂੰ ਅਸੀਂ ਜੂਨੀਅਰ ਰੈਜ਼ੀਡੈਂਟ ਕਹਿੰਦੇ ਆ। ਉਹ ਵੀ ਆਪਣੀਆਂ 24/7 ਜਿਹੜੀਆਂ ਸਰਵਿਸਿਜ਼ ਦਿੰਦੇ ਆ ਜਿਹੜੇ ਬੱਚੇ ਰੈਜ਼ੀਡੈਂਟਸ ਹੁੰਦੇ ਆ। ਸੋ ਇਹ ਬਹੁਤ ਸਾਰੇ ਸਾਡੇ ਇਨੀਸ਼ੀਏਟਿਵ ਸੀਗੇ ਜੀ। ਇਸ ਤੋਂ ਸਿਵਾਏ ਜਿਹੜੀ ਪ੍ਰਾਇਮਰੀ ਕੇਅਰ ਦੇ ਵਿੱਚ, ਇਸ ਤੋਂ ਸਿਵਾਏ ਜਿਹੜੀ ਸੈਕੰਡਰੀ ਕੇਅਰ ਹੈ ਉਹਦੇ ਵਿੱਚ 40 ਹਸਪਤਾਲ ਜਿਹੜੇ ਸਾਡੇ 19 ਡਿਸਟ੍ਰਿਕਟ ਹਸਪੀਟਲਸ 6 ਸਬ ਡਿਵੀਜ਼ਨ ਹਸਪੀਟਲਸ ਤੇ ਜਿਹੜੇ 15 ਜਿਹੜੇ ਤੁਹਾਡੇ ਹੈਗੇ ਆ ਆਪਣੇ ਕਮਿਊਨਿਟੀ ਹੈਲਥ ਸੈਂਟਰਸ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਆ। ਉਹਨਾਂ ਦਾ ਬਿਲਡਿੰਗ ਇਨਫਰਾਸਟ੍ਰਕਚਰ ਇਕੁਇਪਮੈਂਟ ਔਰ ਉਹਦੇ ਵਿੱਚ ਮੈਨ ਪਾਵਰ ਜਿਹੜੀ ਪੂਰੀ ਕਰ ਰਹੇ ਆ। ਇਸੇ ਤਰ੍ਹਾਂ ਜਿਹੜੇ ਸਾਡੇ ਟਰਸ਼ਰੀ ਕੇਅਰ ਦੇ ਵਿੱਚ ਜਿਹੜੇ ਸਾਡੇ ਗਵਰਨਮੈਂਟ ਮੈਡੀਕਲ ਕਾਲਜਸ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਪਟਿਆਲੇ ਦੇ ਵਿੱਚ ਤਕਰੀਬਨ 233 ਕਰੋੜ ਉੱਥੇ ਟਰਾਮਾ ਸੈਂਟਰ ਬਣ ਰਿਹਾ ਹੈਗਾ, ਔਰ ਉਹਦੇ ਵਿੱਚ ਪੋਸਟ ਗ੍ਰੈਜੂਏਟ ਸੀਟਾਂ ਜਿਹੜੀਆਂ ਹੈਗੀਆਂ ਉਹ ਵਧੀਆਂ 25 ਪਟਿਆਲੇ ਤੇ ਅੰਮ੍ਰਿਤਸਰ ਦੇ ਵਿੱਚ। ਉਹਨਾਂ ਵਾਸਤੇ ਨਵੇਂ ਜਿਹੜੇ ਕਲਾਸਰੂਮ ਬੱਚਿਆਂ ਵਾਸਤੇ ਹੋਸਟਲ ਫੈਕਲਟੀ ਹੋਮਸ, ਔਰ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਕੈਂਸਰ ਹਸਪੀਟਲ ਹੈ ਉਹਦੇ ਵਿੱਚ ਜਿਹੜਾ PET CT ਸਕੈਨ ਔਰ ਇਹ ਸਾਰਾ ਨਿਊਕਲੀਅਰ ਮੈਡੀਸਨ ਦਾ ਡਿਪਾਰਟਮੈਂਟ ਸ਼ੁਰੂ ਹੋ ਰਿਹਾ। ਔਰ 3 ਸਾਡੇ ਨਵੇਂ ਮੈਡੀਕਲ ਕਾਲਜ ਜਿਹੜੇ ਐਡਵਾਂਸ ਸਟੇਜ ਤੇ ਹੈਗੇ ਆ ਉਹ ਕਪੂਰਥਲਾ ਔਰ ਹੁਸ਼ਿਆਰਪੁਰ 100 ਬੈਡਡ ਹੋਰ। ਤੇ ਇਹਦੇ ਨਾਲ ਸਾਡੀਆਂ ਜਿਹੜੀਆਂ ਸੀਟਾਂ ਹੈਗੀਆਂ ਇਸ ਵੇਲੇ ਉਹ 1650 ਹੈਗੀਆਂ, ਉਹ 200 ਸੀਟਾਂ ਹੋਰ ਵੱਧ ਜਾਣਗੀਆਂ। ਗਵਰਨਮੈਂਟ ਦੀਆਂ 850 ਆ 1050 ਹੋ ਜਾਣਗੀਆਂ। ਸੋ ਇਸ ਤਰ੍ਹਾਂ ਕਰਕੇ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਔਰ ਟਰਸ਼ਰੀ ਕੇਅਰ ਤਿੰਨਾਂ ਦੇ ਲੈਵਲ ਦੇ ਉੱਤੇ ਬੜੀ ਫਾਸਟ ਡਿਵੈਲਪਮੈਂਟ ਹੋ ਰਹੀ ਹੈਗੀ ਆ। ਇਸ ਤੋਂ ਸਿਵਾਏ ਅਸੀਂ ਨਿਊਰੋ ਸਰਜਰੀ ਦਾ ਜਿਹੜਾ ਹੈਗਾ ਸਾਡੇ ਸਾਰੇ ਮੈਡੀਕਲ ਕਾਲਜਸ ਦੇ ਵਿੱਚ ਜਿਹੜਾ ਸਾਡਾ ਕਲੀਨਿਕ ਹੈ ਉਹ ਸ਼ੁਰੂ ਹੋ ਚੁੱਕਿਆ ਹੈਗਾ। ਇਹਦੋਂ ਸਿਵਾਏ ਅਸੀਂ ਜਿਹੜਾ ਸਭ ਤੋਂ ਇੱਕ ਨਵੇਕਲੀ ਪਹਿਲ ਹੋਈ ਆ ਉਹ ਸਾਡੀ ਹੋਈ ਹੈ ਪ੍ਰੀਵੈਂਸ਼ਨ ਆਫ ਡਿਜ਼ੀਜ਼, ਜਿਹਦੇ ਵਿੱਚ ਸਾਡੇ 281 ਜਿਹੜੇ ਹੈਗੇ ਆ ਉਹ ਜਿਹੜੇ ਟ੍ਰੇਨਡ ਆਪਣੇ ਯੋਗਾ ਸਪੈਸ਼ਲਿਸਟ ਉਹ 7000 ਬੰਦੇ ਜਿਹੜੇ ਹੈਗੇ ਆ 281 ਦੇ ਵਿੱਚ 7000 ਬੰਦੇ ਜਿਹੜੇ ਰੈਗੂਲਰਲੀ ਯੋਗਾ ਕਰਦੇ ਆ। ਔਰ ਇਹਦੀ ਜਿਹੜੀ ਗਿਣਤੀ ਆ ਵਧਾ ਕੇ ਅਸੀਂ 1000 ਜਿਹੜੇ ਹੈਗੇ ਆ ਸਾਡੇ ਕੈਂਪ ਔਰ 25000 ਜਿਹੜੇ ਲੋਕ ਆ ਇੱਕ ਦੇ ਵਿੱਚ 25 ਤੋਂ 30 ਬੰਦੇ ਹੁੰਦੇ ਆ 25000 ਲੋਕਾਂ ਨੂੰ ਇਹ ਬੈਨੀਫਿਟ ਦੇਣ ਜਾ ਰਹੇ ਆ ਇਸ ਸਾਲ ਦੇ ਵਿੱਚ ਐਂਡ ਤੱਕ। ਔਰ ਇਹਨੂੰ ਅੱਗੇ ਵੀ ਅਸੀਂ ਸਟਰੈਂਥਨ ਕਰਾਂਗੇ ਕਿਉਂਕਿ
ਪ੍ਰੀਵੈਂਸ਼ਨ ਆਫ ਡਿਜ਼ੀਜ਼ ਐਂਡ ਪ੍ਰੋਮੋਸ਼ਨ ਆਫ ਹੈਲਥ। ਇਹ ਟੋਟਲੀ ਨੈਗਲੈਕਟਡ ਏਰੀਆ ਸੀਗਾ ਔਰ ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਨੀਸ਼ੀਏਟਿਵ ਹੈ ਇਹ ਪੰਜਾਬ ਗਵਰਨਮੈਂਟ ਨੇ ਲਿਆ। ਇਸੇ ਤਰ੍ਹਾਂ ਜਿਹੜਾ ਤਿੰਨੋਂ ਹੀ ਆਪਣੇ ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ, ਟਰਸ਼ਰੀ ਕੇਅਰ ਉਹਨਾਂ ਨੂੰ ਸਟਰੈਂਥਨ ਕਰਨ ਦਾ ਇਹ ਇਨੀਸ਼ੀਏਟਿਵ ਪੰਜਾਬ ਗਵਰਨਮੈਂਟ ਨੇ ਲਿਆ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਇਹ ਸਾਡੀਆਂ ਜਿਹੜੀਆਂ ਸਾਰੀਆਂ ਜਿੰਨੀਆਂ ਵੀ ਯੋਜਨਾਵਾਂ ਹੈਗੀਆਂ ਲੋਕਾਂ ਤੱਕ ਇਸ ਸੁਨੇਹਾ ਪਹੁੰਚਾਓਗੇ। ਇਸੇ ਤਰ੍ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਬਹੁਤ ਅੱਛਾ ਇਨੀਸ਼ੀਏਟਿਵ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ, ਉਹਦਾ ਵੀ ਬਹੁਤ ਅੱਛਾ ਰਿਜ਼ਲਟ ਆ ਰਿਹਾ, ਲੋਕਾਂ ਦੇ ਵਿੱਚ ਬਹੁਤ ਅੱਛੀ ਰਿਸੈਪਸ਼ਨ ਹੈ ਕਿਉਂਕਿ ਇਹ ਬਹੁਤ ਸਾਰੀਆਂ ਜਿਹੜੀਆਂ ਡਿਜ਼ੀਜ਼ਜ਼ ਆ ਚਾਹੇ ਉਹ ਵੈਕਟਰ ਬੋਰਨ ਹੋਣ ਜਿਹਦੇ ਵਿੱਚ ਡੇਂਗੂ, ਚਿਕਨਗੁਨੀਆ, ਮਲੇਰੀਆ ਜਾਂ ਡਾਇਰੀਆ, ਕੋਲਰਾ ਹੈਜਾ ਆ ਜਾਂਦੇ ਆ, ਜਾਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਲਾਈਫ ਸਟਾਈਲ ਡਿਸਆਰਡਰ ਹੋਣ ਜਿਹਨਾਂ ਨੂੰ ਜਿਹਦੇ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਓਬੈਸਿਟੀ, ਕੈਂਸਰ ਵੀ ਆ ਜਾਂਦਾ, ਉਹਨਾਂ ਦੇ ਵਾਸਤੇ ਵੀ ਜਿਸ ਤਰ੍ਹਾਂ ਯੋਗਾ ਦਾ ਬਹੁਤ ਵੱਡਾ ਰੋਲ ਹੈ ਉਹਦੇ ਵਿੱਚ ਡਾਈਟਰੀ ਮੋਡੀਫਿਕੇਸ਼ਨ ਦਾ ਜੋ ਯੋਗਾ ਦਾ ਇੱਕ ਪਾਰਟ ਹੈਗਾ ਔਰ ਲਾਈਫ ਸਟਾਈਲ ਮੋਡੀਫਿਕੇਸ਼ਨ ਦਾ। ਸੋ ਇਹ ਸਾਰੇ ਉਪਰਾਲੇ ਆ ਔਰ ਇੱਕ ਹੋਰ ਬਹੁਤ ਅੱਛਾ ਜਿਹੜਾ ਨਵਾਂ ਇਨੀਸ਼ੀਏਟਿਵ ਹੈ ਉਹ ਹੈ ਕਿ ਅਸੀਂ ਪਾਇਲਟ ਪ੍ਰੋਜੈਕਟ ਜਿਹਦੇ ਵਿੱਚ 1 ਲੱਖ ਬੰਦਿਆਂ ਦਾ ਜਿਹੜਾ ਹੈਗਾ ਉਹ ਅਸੀਂ ਪਟਿਆਲੇ ਤੋਂ ਸ਼ੁਰੂ ਕਰ ਰਹੇ ਹਾਂ। ਪਾਇਲਟ ਪ੍ਰੋਜੈਕਟ 1 ਲੱਖ ਬੰਦਿਆਂ ਦਾ ਬਲੱਡ ਪ੍ਰੈਸ਼ਰ, ਸ਼ੂਗਰ, ਬੋਡੀ ਮਾਸ ਇੰਡੈਕਸ, ਉਹਨਾਂ ਦਾ ਬੇਸਿਕ ਮੈਟਾਬੋਲਿਕ ਰੇਟ, ਇਹ ਸਾਰਾ ਕੁਝ ਉਹਨਾਂ ਦਾ ਟੈਸਟ ਕੀਤਾ ਜਾਏਗਾ। ਉਸ ਤੋਂ ਬਾਅਦ ਇਹ ਪੰਜਾਬ ਦੇ 3 ਕਰੋੜ ਲੋਕਾਂ ਤੱਕ ਅਸੀਂ ਇਹਨੂੰ ਜਿਹੜਾ ਹੈਗਾ ਉਹ ਲਾਗੂ ਕਰਾਂਗੇ। ਇਹਦੇ ਨਾਲ ਅਸੀਂ ਸਾਰੇ ਜਿੰਨੇ ਗਵਰਨਮੈਂਟ ਦੇ ਔਰ ਪ੍ਰਾਈਵੇਟ ਡਾਕਟਰ ਵੀ ਬਹੁਤ ਸਾਰੇ ਸਾਡੇ ਨਾਲ ਜੁਆਇਨ ਕਰ ਰਹੇ ਆ ਕਿ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਉਹਨਾਂ ਦਾ ਇੱਕ ਵਾਰੀ ਸਾਨੂੰ ਪਤਾ ਹੋਣਾ ਚਾਹੀਦਾ। ਬਹੁਤ ਸਾਰੇ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਸ਼ੂਗਰ ਹੈ, BP ਆ ਔਰ ਉਹਨਾਂ ਦੇ ਗੁਰਦੇ ਫੇਲ ਹੋ ਜਾਂਦੇ ਆ ਔਰ ਉਹ ਫਿਰ ਡਾਇਲਸਿਸ ਕਰਾਉਣਾ ਪੈਂਦਾ। ਤੇ ਇਹ ਬਿਮਾਰੀ ਨੂੰ ਬਿਮਾਰੀਆਂ ਦੀ ਰੋਕਥਾਮ ਤੇ ਅਰਲੀ ਡਿਟੈਕਸ਼ਨ, ਚਾਹੇ ਉਹ ਸ਼ੂਗਰ ਹੈ, BP ਹੈ, ਜੇ ਅਰਲੀ ਡਿਟੈਕਟ ਕਰਾਂਗੇ ਗੁਰਦੇ ਫੇਲ ਨਹੀਂ ਹੋਣਗੇ। ਜਾਂ ਜਿਸ ਤਰ੍ਹਾਂ ਜਿਹੜੀਆਂ ਤੁਹਾਡੀਆਂ ਪਿੱਛੇ ਜੇ ਅਸੀਂ ਇੱਕ ਸਾਡਾ ਇਨੀਸ਼ੀਏਟਿਵ ਸੀਗਾ ਕਿ ਅਸੀਂ ਸਾਰੀਆਂ ਜਿੰਨੀਆਂ ਜੇਲ੍ਹਾਂ ਹੈਗੀਆਂ ਉਹਦੇ 'ਚ ਸਾਰੇ ਜਿੰਨੇ 31,000 ਸਾਡੇ ਇਨਮੇਟਸ ਹੈਗੇ ਆ, ਚਾਹੇ ਉਹ ਅੰਡਰ ਟਰਾਇਲ ਹੈ ਜਾਂ ਕੈਦੀ ਹੈ, ਕਨਵਿਕਟਡ ਹੈ, ਉਹਨਾਂ ਸਾਰਿਆਂ ਦੀ ਅਸੀਂ ਹੈਪੇਟਾਈਟਸ B, ਹੈਪੇਟਾਈਟਸ C, HIV ਔਰ ਟਿਊਬਰਕਲੋਸਿਸ, ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼ ਦੇ ਸਾਰਿਆਂ ਦੇ 100% ਦੇ ਟੈਸਟ ਕਰਕੇ ਜਿਹੜੇ ਬੰਦੇ ਪੋਜ਼ਿਟਿਵ ਆਇਆ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਟ੍ਰੀਟਮੈਂਟ ਦੇ ਉੱਤੇ ਪਾ ਦਿੱਤਾ। ਸੋ ਇਹਦੇ ਨਾਲ ਅਸੀਂ ਹੋਰ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਕਾਉਂਸਲਿੰਗ, ਸਾਈਕੈਟ੍ਰਿਕ ਸਰਵਿਸਿਜ਼ ਔਰ ਉਹਨਾਂ ਵਾਸਤੇ ਜਿਹੜੇ ਬਾਕੀ ਉਹਨਾਂ ਨੂੰ ਕੋਈ ਮੈਡੀਟੇਸ਼ਨ ਜਾਂ ਯੋਗਾ ਉਹਨਾਂ ਦੇ ਵਿੱਚ ਵੀ ਸ਼ੁਰੂ ਕਰ ਰਹੇ ਹਾਂ ਤਾਂ ਕਿ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ ਉਹ ਬਿਹਤਰ ਹੋਵੇ। ਜਦੋਂ ਬੰਦਾ ਜੇਲ੍ਹ ਤੋਂ ਜਾਵੇ ਤਾਂ ਉਹ ਰਿਫਾਰਮ ਹੋ ਕੇ ਜਾਵੇ। ਸੋ ਇਹ ਕੁਝ ਇਨੀਸ਼ੀਏਟਿਵ ਹੈਗੇ ਆ ਜੀ ਜਿਹਦੇ ਵਿੱਚ ਉਚੇਚੇ ਤੌਰ ਤੇ ਜਿਹੜਾ ਤੁਹਾਨੂੰ ਅੱਜ ਬੁਲਾਇਆ ਸੀ, ਜਿਹੜੇ 76ਵੇਂ ਆਜ਼ਾਦੀ ਦਿਵਸ ਤੇ ਅਸੀਂ 76 ਜਿਹੜੇ ਮੁਹੱਲਾ ਕਲੀਨਿਕ ਡਿਸਟ੍ਰਿਕਟ ਹਸਪੀਟਲਸ ਨੇ ਜਿਹੜੇ ਉਹਨਾਂ ਜਿਹੜੀਆਂ ਕਮੀਆਂ, ਮੂਲਭੁਤ ਸੁਵਿਧਾਵਾਂ ਦੀਆਂ ਕਮੀਆਂ, ਉਹਨਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਜੀ। 23 ਅਸੀਂ ਜਿਹੜੇ ਤੁਹਾਡੇ ਮੈਂ ਜਿਸ ਤਰ੍ਹਾਂ ਦੱਸਿਆ ਕਿ 19 ਡਿਸਟ੍ਰਿਕਟ ਹਸਪੀਟਲ ਅਸੀਂ ਜਿਹੜੇ ਹੈਗੇ ਆ ਉਹ ਅਪਗ੍ਰੇਡੇਸ਼ਨ ਵਾਸਤੇ ਉਹਨਾਂ ਦੀ ਬਿਲਡਿੰਗ ਅਪਗ੍ਰੇਡ ਹੋਏਗੀ, ਉਹਦੇ 'ਚ ਨਵੇਂ ਬਲਾਕ ਬਣਨਗੇ। ਉਹਦੇ 'ਚ ਜਿਹੜੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਅਸੀਂ ਐਮਰਜੈਂਸੀ ਵਾਸਤੇ ਹਾਊਸ ਸਰਜਨਸ ਦੇ ਦਿੱਤੇ ਆ ਔਰ ਪੋਸਟ ਗ੍ਰੈਜੂਏਟ ਕੋਰਸਸ DNB ਸ਼ੁਰੂ ਹੋ ਗਏ ਉੱਤੇ। ਔਰ ਇਸ ਤੋਂ ਸਿਵਾਏ ਜਿਹੜਾ 1800 ਜਿਹੜੀਆਂ ਪੋਸਟਾਂ ਹੈਗੀਆਂ ਉਹ ਸਾਰੀਆਂ ਉਹਨਾਂ ਦੀ ਰਿਕਰੂਟਮੈਂਟ ਚੱਲਦੀ ਪਈ ਆ ਜਿਹਦੇ 'ਚ ਸਟਾਫ ਨਰਸਿਸ, ਵਾਰਡ ਅਟੈਂਡੈਂਟ, ਸਿਕਿਉਰਿਟੀ ਸਟਾਫ ਔਰ ਜਿੰਨੇ ਆਪਣੇ ਕਲਾਸ 4 ਹੈਗੇ ਆ ਜਾਂ ਜਿਹੜੇ ਸਪੋਰਟਿੰਗ ਸਟਾਫ ਜਿਹਨੂੰ ਅਸੀਂ ਕਹਿੰਦੇ ਆ ਜਿਹੜੇ ਪੈਰਾਮੈਡਿਕਸ ਦੇ ਉਹ OT ਅਸਿਸਟੈਂਟ, ਜਿਸ ਤਰ੍ਹਾਂ ਡਾਇਲਸਿਸ ਦੇ ਵਿੱਚ ਅੱਜ ਕੱਲ੍ਹ ਜਿਹੜੀ ਨਰਸਿੰਗ ਵੀ ਹੈਗੀ ਉਹ ਵੀ ਸਪੈਸ਼ਲਾਈਜ਼ਡ ਹੋ ਗਈ ਆ। ਜਿਹੜੇ ਨਰਸ ਜਿਹੜੇ ਮਤਲਬ ਨਿੱਕੂ ਜਿਹਨੂੰ ਅਸੀਂ ਕਹਿੰਦੇ ਆ ਜਿਹੜੇ ਬੱਚਿਆਂ ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟਸ ਕਰਦੇ ਆ, ਜਿਹੜੇ ਇੰਟੈਂਸਿਵ ਕੇਅਰ ਸਰਵਿਸ ਕਰਦੇ ਆ, ਜਿਹੜੇ ਲੇਬਰ ਰੂਮ 'ਚ ਕਰਦੇ ਆ, ਨਿਊਰੋ ਦੇ ਕਲੀਨਿਕਸ ਕਰਨੀਆਂ, ਡਾਇਲਸਿਸ ਯੂਨਿਟਸ ਕਰਨੀਆਂ। ਸੋ ਉਹਨਾਂ ਦੀ ਜਿਹੜੀ ਨਰਸਿੰਗ ਆ ਉਹ ਵੀ ਸਪੈਸ਼ਲਾਈਜ਼ਡ ਹੈ ਤੇ ਉਹ ਵੀ ਅਸੀਂ ਜਿਹੜੀ ਸਪੈਸ਼ਲਾਈਜ਼ਡ ਟ੍ਰੇਨਿੰਗ ਉਹਨਾਂ ਦੇ ਨਰਸਿਸ ਦੀ ਸ਼ੁਰੂ ਕਰ ਰਹੇ ਹਾਂ ਔਰ ਉਹਨਾਂ ਦੀ ਇੱਕ ਸਾਈਮੂਲੇਸ਼ਨ ਲੈਬ ਜਿੱਥੇ ਉਹਨਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਯੂਜ਼ ਕਰਕੇ ਔਰ ਇਹਦੇ ਤੇ ਵੀ ਮਾਨ ਸਰਕਾਰ ਬਹੁਤ ਵੱਡਾ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ AI ਨੂੰ ਯੂਜ਼ ਕਰਨਗੇ ਕਿ ਪੇਸ਼ੈਂਟ ਆਏਗਾ ਉਹ ਆਪਣੀ ਸਾਰੀ ਹਿਸਟਰੀ ਦੱਸੇਗਾ ਤੇ ਉਹ ਮਸ਼ੀਨ ਵੀ ਦੱਸ ਦੇਗੀ ਕਿ ਤੁਹਾਨੂੰ ਕਿਹੜੀ ਕਿਹੜੀ ਬਿਮਾਰੀ ਆ, ਫਿਰ ਡਾਕਟਰ ਉਹਦਾ ਐਨਾਲਿਸਿਸ ਕਰੇਗਾ ਤੇ ਇਹਦੇ ਨਾਲ ਅਸੀਂ EICU ਉਹ ਅਸੀਂ ਬਹੁਤ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਅਸੀਂ ਹਾਊਸ ਸਰਜਨ ਰੱਖ ਲਏ ਆ ਉਹਦੇ 'ਚ ਜਿਹੜੇ ਸਾਡੇ ਡਾਕਟਰ ਹੋਣਗੇ ਉਹ ਜਿਹੜੇ ਬੈਸਟ ਹਸਪੀਟਲ ਹੈਗੇ ਆ ਸਾਡੇ ਮੈਡੀਕਲ ਕਾਲਜਸ, PGI, ਫੋਰਟਿਸ ਹਸਪੀਟਲ ਉਹਦੇ ਨਾਲ ਕਨੈਕਟਡ ਹੋਣਗੇ ਡਿਜੀਟਲੀ ਕਿ ਜਦੋਂ ਵੀ ਕੋਈ ਪੇਸ਼ੈਂਟ ਆ ਗਿਆ ਜਿਹਦਾ ਡਾਇਗਨੋਸ ਨਹੀਂ ਹੋ ਰਿਹਾ ਸੋ ਉਹ ਜਿਹੜੇ ਸੁਪਰ ਸਪੈਸ਼ਲਿਸਟ ਹੈਗੇ ਆ ਅਲੱਗ-ਅਲੱਗ ਹਸਪੀਟਲ ਦੇ ਉਹਨਾਂ ਦੀਆਂ ਸਰਵਿਸਿਜ਼ ਉਹਨਾਂ ਨੂੰ ਅਵੇਲੇਬਲ ਹੋਣ। ਮੰਤਰੀ ਸਾਹਿਬ, ਆਮ ਆਦਮੀ ਕਲੀਨਿਕ ਦੇ ਉੱਤੇ ਸਵਾਲ ਹੈਗਾ ਤੇ ਇਸ ਦੇ ਵਿੱਚ ਲਿਮਟਡ ਦਵਾਈਆਂ ਜਿਹੜੀਆਂ ਨੇ ਮਿਲਦੀਆਂ ਨੇ, ਖਾਂਸੀ, ਜ਼ੁਕਾਮ, ਬੁਖਾਰ, ਖੰਘ ਦੀ। ਇਸ ਤਰੀਕੇ ਦੇ ਨਾਲ ਹੁੰਦਾ ਹੈ ਕਿ ਬਹੁਤ ਸਾਰੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੱਖਰੀਆਂ ਬਿਮਾਰੀਆਂ ਹੁੰਦੀਆਂ ਨੇ ਕਿ ਕੋਈ ਦਵਾਈਆਂ ਦੇ ਵਿੱਚ ਵੀ ਵਾਧਾ ਕਰਨਗੇ ਕਿਉਂਕਿ ਬਹੁਤ ਸਾਰੇ ਲੋਕ ਇਸ ਚੀਜ਼ਾਂ ਤੋਂ ਰਹਿ ਜਾਂਦੇ ਨੇ, ਬਾਹਰੋਂ ਲੈਣੀ ਪੈਂਦੀਆਂ ਨੇ। ਨਹੀਂ, ਇਹਦੇ 'ਚ ਨਾ 80 ਦਵਾਈਆਂ ਅਸੀਂ ਦੇ ਰਹੇ ਹਾਂ ਜੀ, ਤਕਰੀਬਨ 40 ਦੇ ਕਰੀਬ ਅਸੀਂ 38 ਅੱਜ ਦੀ ਰੇਟ 'ਚ ਟੈਸਟ ਅਸੀਂ ਕਰ ਰਹੇ ਹਾਂ। ਉਹਨਾਂ ਦੀਆਂ ਜਿਹੜੀਆਂ ਮੈਜੋਰਟੀ 90% ਬਿਮਾਰੀਆਂ ਹੁੰਦੀਆਂ ਨਾ ਜੀ, ਜਿਸ ਤਰ੍ਹਾਂ ਖਾਂਸੀ, ਜ਼ੁਕਾਮ, ਬੁਖਾਰ, ਟੱਟੀਆਂ ਉਲਟੀਆਂ, ਬਲੱਡ ਪ੍ਰੈਸ਼ਰ, ਸ਼ੂਗਰ, ਮੈਜੋਰਟੀ ਉਹਨਾਂ ਦੇ ਟੈਸਟ ਵੀ ਉੱਥੇ ਹੋ ਜਾਣਗੇ ਔਰ ਉਹਨਾਂ ਦਾ ਇਲਾਜ ਵੀ ਉੱਥੇ ਹੋ ਜਾਏਗਾ।
ਜੇ ਸਪੋਜ਼ ਕਿਸੇ ਨੂੰ ਸਰਜਰੀ ਚਾਹੀਦੀ ਆ ਜਾਂ ਕਿਸੇ ਨੂੰ ਸੀਟੀ ਸਕੈਨ ਚਾਹੀਦਾ ਜਾਂ MRI ਦੀ ਲੋੜ ਹੈ, ਉਹ ਫਿਰ ਜਿਹੜਾ ਸਾਡਾ ਟਰਸ਼ਰੀ ਕੇਅਰ ਜਾਂ ਸੈਕੰਡਰੀ ਕੇਅਰ ਡਿਸਟ੍ਰਿਕਟ ਹਸਪੀਟਲ ਜਾਂ ਜਿਹੜਾ ਸਾਡਾ ਮੈਡੀਕਲ ਕਾਲਜ ਹੈ ਉੱਥੇ ਜਾਣਗੇ ਜੀ। ਮੰਤਰੀ ਜੀ, ਜਿਹੜਾ ਪਟਿਆਲੇ ਤੋਂ ਤੁਸੀਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕਰ ਰਹੇ ਹੋ, ਇਸ ਦਾ ਥੋੜਾ ਜਾਣਕਾਰੀ ਦਿਓ। ਕੀ ਰਹੇਗਾ ਪਾਇਲਟ ਪ੍ਰੋਜੈਕਟ, ਕਦੋਂ ਤੋਂ ਇਸ ਦੀ ਸ਼ੁਰੂਆਤ ਹੋਏਗੀ ਔਰ ਕਿਸ ਢੰਗ ਨਾਲ ਲੋਕਾਂ ਨੂੰ ਟੈਸਟ? ਇਹ 14 ਨੂੰ ਹੀ ਹੋਏਗਾ ਜੀ। ਅਸੀਂ ਇਹਦੇ ਵਿੱਚ ਜਿਹੜਾ ਹੈਗਾ ਸਾਡਾ ਸਾਰਾ ਗਵਰਨਮੈਂਟ ਦਾ ਸੈਕਟਰ, ਕ੍ਰਿਸ਼ਨਾ ਡਾਇਗਨੋਸਟਿਕ ਨੇ ਸਾਨੂੰ 1 ਲੱਖ ਟੈਸਟ ਉਹਨਾਂ ਨੇ ਕਿਹਾ ਸੀ ਤੁਹਾਨੂੰ ਕਰਕੇ ਦੇਵਾਂਗੇ, ਔਰ ਇਹਦੇ ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਡਾਕਟਰਸ ਆ ਉਹ ਸਾਰੇ ਐਸੋਸੀਏਟਡ ਆ। ਇਹਦਾ ਮਕਸਦ ਇਹ ਹੈਗਾ ਜੀ ਕਿ ਸਾਡੇ ਕੋਲ ਜਿਹੜੀ ਬਿਮਾਰੀ ਹੈਗੀ ਆ ਨਾ ਅੱਜ ਦੀ ਡੇਟ 'ਚ, ਅਸੀਂ ਚਾਹੇ ਕੈਂਸਰ ਹੈ, ਜਦੋਂ ਕੈਂਸਰ ਹੋ ਜਾਂਦਾ ਫਿਰ ਅਸੀਂ ਉਹਦਾ ਇਲਾਜ ਕਰਦੇ ਹਾਂ। ਬਲੱਡ ਪ੍ਰੈਸ਼ਰ, ਸ਼ੂਗਰ, ਜਦੋਂ ਉਹਦੇ ਗੁਰਦੇ ਫੇਲ ਹੋ ਜਾਂਦੇ ਆ ਪੇਸ਼ੈਂਟ ਦੇ, ਉਹ ਜਦੋਂ ਡਾਇਲਸਿਸ ਦੀ ਲੋੜ ਪੈਂਦੀ ਆ ਉਦੋਂ ਜਾ ਕੇ ਸਾਨੂੰ ਪਤਾ ਲੱਗਦਾ। ਪੇਸ਼ੈਂਟਸ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਸ਼ੂਗਰ ਦੀ ਮਰੀਜ਼ ਆ। ਇਹਦੇ ਵਿੱਚ ਜਿਹੜੇ 40 ਸਾਲ ਤੋਂ ਉੱਪਰ ਆ ਉਹਨਾਂ ਸਾਰਿਆਂ ਦਾ BP, ਸ਼ੂਗਰ, ਇਹ ਸਭ ਦਾ ਟੈਸਟ ਵੈਸੇ ਵੀ ਹੋਣਾ ਚਾਹੀਦਾ। ਇਸੇ ਤਰ੍ਹਾਂ ਅੱਖਾਂ ਦੇ ਵਿੱਚ ਕਾਲਾ ਮੋਤੀਆ ਹੋਗਾ ਵੀ ਕਰਾਂਗੇ, ਡਾਇਬੈਟਿਕ ਰੈਟਨੋਪੈਥੀ। ਜੇ ਆਪਾਂ ਉਹਨਾਂ ਦੇ, ਸਾਡਾ ਮਕਸਦ ਇਹ ਹੈ ਵੀ ਜਿਹੜੇ ਬੰਦੇ ਨੂੰ ਨਹੀਂ ਪਤਾ ਉਹਨੂੰ ਪਤਾ ਲੱਗ ਜੇ, ਔਰ ਜਿਹੜੇ ਬੰਦੇ ਨੂੰ ਪਤਾ ਵੀ ਆ ਉਹ ਐਡਿਕੁਏਟਲੀ ਕੰਟਰੋਲਡ ਹੈ ਕਿ ਨਹੀਂ ਆ, ਉਹਨਾਂ ਨੂੰ ਐਜੂਕੇਟ ਵੀ ਕੀਤਾ ਜਾਵੇ। ਔਰ ਪਲੱਸ ਉਹਨਾਂ ਦੇ ਨਾਲ ਜਿਹੜੀ ਆ ਲਾਈਫ ਸਟਾਈਲ ਮੋਡੀਫਿਕੇਸ਼ਨ ਹੈ। ਜਿਹੜੇ ਬੰਦੇ ਜਿਹਨਾਂ ਨੂੰ ਥੋੜੀ ਮੋਟੀ ਸ਼ੂਗਰ ਆ ਜਾਂ BP ਆ, ਜੇ ਉਹ 1 ਘੰਟਾ ਸੈਰ ਕਰਨਗੇ, ਜੇ ਉਹ ਅੱਧਾ ਘੰਟਾ ਯੋਗਾ ਕਰਨਗੇ ਤਾਂ ਉਹਨਾਂ ਨੂੰ ਮੋਸਟ ਪ੍ਰੋਬਬਲੀ ਦਵਾਈ ਦੀ ਵੀ ਲੋੜ ਨਹੀਂ ਪਏਗੀ, ਔਰ ਡਾਈਟ ਠੀਕ ਖਾਣਗੇ। ਡਾਈਟ ਠੀਕ ਖਾਣ ਦਾ ਮਤਲਬ ਇਹ ਆ ਕਿ ਜੋ ਕੁਦਰਤ ਨੇ ਬਣਾਇਆ ਉਹਦੇ 'ਚ ਫਲ ਆ ਗਏ ਸਾਰੇ ਜੀ, ਉਹਦੇ 'ਚ ਸਲਾਦ ਆ ਗਏ ਸਾਰੇ, ਜੋ ਕੁਦਰਤ ਨੇ ਬਣਾਇਆ ਜਿੰਨਾ ਮਰਜ਼ੀ ਖਾ ਲਓ, ਤੁਸੀਂ ਕਦੇ ਬਿਮਾਰ ਨਹੀਂ ਹੋਵੋਗੇ। ਇਹ ਤੁਹਾਡੇ ਮੇਰੇ ਵਾਸਤੇ ਵੀ ਅੱਛੀ ਗੱਲ ਹੈ ਜੀ। ਮੰਤਰੀ ਸਾਹਿਬ, NHM ਨੇ